सत श्री अकाल जी। उम्मीद करदा हाँ कि तुसीं सब ठीक होवोगे। अज दी वीडियो विच असीं भारत दे संविधान दीआं अनुसूचियां बारे जाणांगे कि इन्हां अनुसूचियां विच की दर्ज है अते पेपरां विच इन्हां अनुसूचियां विचों किहड़े-किहड़े सवाल पुछे जांदे हन। जेकर तुसीं इंस्टाग्राम ते गर्चा IQ एजुकेशन नूं फॉलो नहीं कीता जी तां फॉलो कर लो ते टैलीग्राम चैनल गर्चा IQ नूं ज्वाइन कर लो, क्योंकि हरेक नवीं वीडियो की अपडेट अते PDF तुसीं इत्थों डाउनलोड कर सकते हो। ਜਦੋਂ ਸਾਡਾ ਸੰਵਿਧਾਨ ਮੂਲ ਰੂਪ ਵਿੱਚ ਲਾਗੂ ਹੋਇਆ ਸੀ ਜੀ ਤਾਂ ਉਸ ਦੇ ਵਿੱਚ 395 ਅਨੁਛੇਦ ਸਨ, 22 ਭਾਗ ਸਨ ਅਤੇ 8 ਅਨੁਸੂਚੀਆਂ। ਪੇਪਰਾਂ ਵਿੱਚ ਇਹ ਸਵਾਲ ਪੁੱਛ ਲਿਆ ਜਾਂਦਾ ਹੈ ਜੀ ਜਦੋਂ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਜਾਂ ਮੂਲ ਸੰਵਿਧਾਨ ਵਿੱਚ ਕਿੰਨੀਆਂ ਅਨੁਸੂਚੀਆਂ ਸਨ, ਤਾਂ ਉਸ ਸਮੇਂ ਸਨ 8 ਅਨੁਸੂਚੀਆਂ। ਭਾਰਤ ਦੇ ਸੰਵਿਧਾਨ ਵਿੱਚ ਬਾਅਦ ਵਿੱਚ ਜੀ 4 ਸੋਧਾਂ ਕਰਕੇ 4 ਅਨੁਸੂਚੀਆਂ ਜੋੜ ਦਿੱਤੀਆਂ ਗਈਆਂ ਹਨ। ਜੇਕਰ ਅਸੀਂ ਵਰਤਮਾਨ ਸਮੇਂ ਦੀ ਗੱਲ ਕਰੀਏ ਤਾਂ ਭਾਰਤ ਦੇ ਸੰਵਿਧਾਨ ਵਿੱਚ ਹੁਣ 12 ਅਨੁਸੂਚੀਆਂ ਹੋ ਚੁੱਕੀਆਂ ਹਨ। ਤੁਸੀਂ ਯਾਦ ਰੱਖਣਾ ਹੈ ਕਿ ਮੂਲ ਸੰਵਿਧਾਨ ਵਿੱਚ ਸਨ 8 ਅਨੁਸੂਚੀਆਂ ਅਤੇ ਵਰਤਮਾਨ ਸਮੇਂ ਹਨ 12 ਅਨੁਸੂਚੀਆਂ। ਆਓ ਜੀ ਹੁਣ ਅਸੀਂ ਜਾਣਦੇ ਹਾਂ ਕੀ ਕਰਕੇ ਕਿ ਇਹਨਾਂ ਅਨੁਸੂਚੀਆਂ ਵਿੱਚ ਕੀ ਦਰਜ ਹੈ ਤੇ ਪੇਪਰਾਂ ਵਿੱਚ ਇਹਨਾਂ ਵਿੱਚੋਂ ਕਿਹੜੇ-ਕਿਹੜੇ ਸਵਾਲ ਪੁੱਛੇ ਜਾਂਦੇ ਹਨ। ਜੋ ਸਾਡੇ ਭਾਰਤ ਦੇਸ਼ ਦੇ ਸੰਵਿਧਾਨ ਦੀ ਪਹਿਲੀ ਅਨੁਸੂਚੀ ਹੈ ਜੀ ਉਸ ਦੇ ਵਿੱਚ ਭਾਰਤ ਦੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਵਰਣਨ ਕੀਤਾ ਗਿਆ ਹੈ। ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਵਿੱਚ ਕਿੰਨੇ ਰਾਜ ਹਨ ਤੇ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼। ਜੇਕਰ ਅਸੀਂ ਵਰਤਮਾਨ ਸਮੇਂ ਦੀ ਗੱਲ ਕਰੀਏ ਜੀ ਤਾਂ ਭਾਰਤ ਵਿੱਚ 28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਕਈ ਵਾਰ ਪੇਪਰਾਂ ਵਿੱਚ ਇਹ ਸਵਾਲ ਪੁੱਛਿਆ ਜਾ ਚੁੱਕਿਆ ਹੈ ਜੀ ਕਿ ਜੇਕਰ ਭਾਰਤ ਦੇ ਰਾਜਾਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਂਦਾ ਹੈ ਜਾਂ ਘਾਟਾ ਕੀਤਾ ਜਾਂਦਾ ਹੈ ਤਾਂ ਕਿਹੜੀ ਅਨੁਸੂਚੀ ਵਿੱਚ ਬਦਲਾਅ ਕੀਤਾ ਜਾਂਦਾ ਹੈ, ਤਾਂ ਸਹੀ ਉੱਤਰ ਹੋਵੇਗਾ ਜੀ ਪਹਿਲੀ ਅਨੁਸੂਚੀ ਵਿੱਚ, ਕਿਉਂਕਿ ਪਹਿਲੀ ਅਨੁਸੂਚੀ ਵਿੱਚ ਹੀ ਭਾਰਤ ਦੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਵਰਣਨ ਕੀਤਾ ਗਿਆ ਹੈ। ਜੋ ਸਾਡੇ ਸੰਵਿਧਾਨ ਦੀ ਦੂਸਰੀ ਅਨੁਸੂਚੀ ਹੈ ਜੀ ਉਸ ਦੇ ਵਿੱਚ ਵਿਸ਼ਿਸ਼ਟ ਵਿਅਕਤੀਆਂ ਜਿਵੇਂ ਰਾਸ਼ਟਰਪਤੀ, ਰਾਜਪਾਲ, ਲੋਕ ਸਭਾ, ਵਿਧਾਨ ਸਭਾ ਦੇ ਪ੍ਰਧਾਨ, ਅਦਾਲਤਾਂ ਦੇ ਜੱਜ, ਇਹਨਾਂ ਦੇ ਤਨਖਾਹ ਤੇ ਭੱਤਿਆਂ ਬਾਰੇ ਦੱਸਿਆ ਗਿਆ ਹੈ ਕਿ ਇਹਨਾਂ ਦੀ ਕਿੰਨੀ ਤਨਖਾਹ ਹੋਵੇਗੀ ਤੇ ਇਹਨਾਂ ਦੇ ਕਿੰਨੇ ਭੱਤੇ ਹੋਣਗੇ। ਜੋ ਸਾਡੇ ਸੰਵਿਧਾਨ ਦੀ ਤੀਸਰੀ ਅਨੁਸੂਚੀ ਹੈ ਜੀ ਉਸ ਦੇ ਵਿੱਚ ਇਹਨਾਂ ਹੀ ਵਿਸ਼ਿਸ਼ਟ ਅਹੁਦਿਆਂ ਦੀ ਸਹੁੰ ਬਾਰੇ ਦੱਸਿਆ ਗਿਆ ਹੈ ਕਿ ਕਿਹੜਾ ਵਿਅਕਤੀ ਕਿਹੜੀ ਸਹੁੰ ਚੁੱਕੇਗਾ। ਕਈ ਵਾਰ ਦੂਸਰੀ ਅਤੇ ਤੀਸਰੀ ਅਨੁਸੂਚੀ ਵਿੱਚ ਕਨਫਿਊਜ਼ਨ ਹੋ ਜਾਂਦੀ ਹੈ ਕਿ ਤੀਸਰੀ ਅਨੁਸੂਚੀ ਵਿੱਚ ਤਨਖਾਹ ਜਾਂ ਭੱਤਿਆਂ ਬਾਰੇ ਗੱਲ ਕੀਤੀ ਗਈ ਹੈ ਜਾਂ ਕੀਤੀ ਗਈ ਹੈ ਸਹੁੰ ਚੁੱਕਣ ਬਾਰੇ। ਤੁਸੀਂ ਇਸ ਨੂੰ ਬੜੀ ਆਸਾਨੀ ਨਾਲ ਯਾਦ ਰੱਖ ਸਕਦੇ ਹੋ। ਉਦਾਹਰਨ ਦੇ ਤੌਰ ਤੇ ਜੇਕਰ ਤੁਹਾਨੂੰ ਕਿਸੇ ਨੌਕਰੀ ਲਈ ਆਫਰ ਮਿਲਦੀ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਪੁੱਛੋਗੇ ਕਿ ਇਸ ਨੌਕਰੀ ਲਈ ਮੈਨੂੰ ਕਿੰਨੀ ਤਨਖਾਹ ਦਿੱਤੀ ਜਾਵੇਗੀ, ਅਤੇ ਜੇਕਰ ਤੁਹਾਨੂੰ ਉਹ ਤਨਖਾਹ ਤੇ ਭੱਤੇ ਪਸੰਦ ਆਉਣਗੇ ਤਾਂ ਤੁਸੀਂ ਉਹ ਨੌਕਰੀ ਨੂੰ ਸਹੁੰ ਚੱਕ ਕੇ ਜੁਆਇਨ ਕਰ ਲਓਗੇ। ਇਸ ਲਈ ਤੁਸੀਂ ਹੁਣ ਅੱਗੇ ਤੋਂ ਕਨਫਿਊਜ਼ ਨਹੀਂ ਹੋਣਾ ਜੀ। ਦੂਸਰੀ ਅਨੁਸੂਚੀ ਵਿੱਚ ਤਨਖਾਹ ਤੇ ਭੱਤਿਆਂ ਬਾਰੇ ਦੱਸੇ ਅਤੇ ਤੀਸਰੀ ਅਨੁਸੂਚੀ ਵਿੱਚ ਸਹੁੰ ਚੱਕਣ ਬਾਰੇ ਦੱਸਿਆ ਗਿਆ ਹੈ ਕਿ ਕਿਹੜਾ ਵਿਅਕਤੀ ਕਿਹੜੀ ਸਹੁੰ ਚੱਕੇਗਾ। ਜੋ ਸਾਡੇ ਸੰਵਿਧਾਨ ਦੀ ਚੌਥੀ ਅਨੁਸੂਚੀ ਹੈ ਜੀ ਉਸ ਦੇ ਵਿੱਚ ਦੱਸਿਆ ਗਿਆ ਹੈ ਰਾਜ ਸਭਾ ਦੀਆਂ ਸੀਟਾਂ ਬਾਰੇ ਕਿ ਕਿਸ ਰਾਜ ਅਤੇ ਕਿਸ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਕਿੰਨੇ ਮੈਂਬਰ ਰਾਜ ਸਭਾ ਲਈ ਚੁਣੇ ਜਾਣਗੇ। ਪੇਪਰਾਂ ਵਿੱਚ ਇਹ ਸਵਾਲ ਪੁੱਛਿਆ ਗਿਆ ਸੀ ਜੀ ਕਿ ਰਾਜ ਸਭਾ ਦੀਆਂ ਸੀਟਾਂ ਲਈ ਸਿਰਫ ਰਾਜਾਂ ਤੋਂ ਮੈਂਬਰ ਚੁਣੇ ਜਾਂਦੇ ਹਨ, ਕੀ ਇਹ ਕਥਨ ਸਹੀ ਹੈ ਜਾਂ ਗਲਤ। ਆਪ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਦੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਰਾਜ ਸਭਾ ਦੇ ਮੈਂਬਰ ਚੁਣੇ ਜਾਂਦੇ ਹਨ। ਤੁਹਾਨੂੰ ਇਹਨਾਂ ਚਾਰਾਂ ਅਨੁਸੂਚੀਆਂ ਬਾਰੇ ਯਾਦ ਹੋ ਗਿਆ ਹੋਵੇਗਾ ਜੀ ਕਿ ਪਹਿਲੀ ਅਨੁਸੂਚੀ ਵਿੱਚ ਭਾਰਤ ਦੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਵਰਣਨ ਹੈ। ਦੂਸਰੀ ਅਨੁਸੂਚੀ ਵਿੱਚ ਤਨਖਾਹ ਅਤੇ ਭੱਤਿਆਂ ਬਾਰੇ ਦੱਸਿਆ ਗਿਆ ਹੈ। ਤੀਸਰੀ ਅਨੁਸੂਚੀ ਵਿੱਚ ਵਿਸ਼ਿਸ਼ਟ ਵਿਅਕਤੀਆਂ ਦੀ ਸਹੁੰ ਚੁੱਕਣ ਬਾਰੇ ਦੱਸਿਆ ਗਿਆ ਹੈ ਅਤੇ ਚੌਥੀ ਅਨੁਸੂਚੀ ਵਿੱਚ ਰਾਜ ਸਭਾ ਦੀਆਂ ਸੀਟਾਂ ਬਾਰੇ ਦੱਸਿਆ ਗਿਆ ਹੈ ਕਿ ਕਿਸ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਕਿੰਨੇ ਮੈਂਬਰ ਰਾਜ ਸਭਾ ਲਈ ਚੁਣੇ ਜਾਣਗੇ। ਹੁਣ ਅਸੀਂ ਗੱਲ ਕਰਦੇ ਹਾਂ ਜੀ ਅਗਲੀਆਂ ਸੂਚੀਆਂ ਦੀ। ਜੋ ਸਾਡੇ ਸੰਵਿਧਾਨ ਦੀ ਪੰਜਵੀਂ ਅਨੁਸੂਚੀ ਹੈ ਜੀ ਉਸ ਦੇ ਵਿੱਚ ਵਿਸ਼ੇਸ਼ ਪ੍ਰਸ਼ਾਸਨ ਅਤੇ ਕੰਟਰੋਲ ਦੀ ਵਿਵਸਥਾ ਕੀਤੀ ਗਈ ਹੈ। ਇਹ ਕੀਤੀ ਗਈ ਹੈ ਜੀ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਲਈ, ਸ਼ਡਿਊਲ ਏਰੀਆ ਅਤੇ ਸ਼ਡਿਊਲ ਟਰਾਈਬ। ਆਮ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਜੀ SC ਅਤੇ ST ਵਰਗ ਦੇ ਲੋਕਾਂ ਲਈ ਵਿਸ਼ੇਸ਼ ਪ੍ਰਸ਼ਾਸਨ ਦੀ ਵਿਵਸਥਾ ਕੀਤੀ ਗਈ ਹੈ ਭਾਰਤ ਦੇ ਸੰਵਿਧਾਨ ਦੀ ਪੰਜਵੀਂ ਅਨੁਸੂਚੀ ਵਿੱਚ। ਜੋ ਸਾਡੇ ਸੰਵਿਧਾਨ ਦੀ ਛੇਵੀਂ ਅਨੁਸੂਚੀ ਹੈ ਜੀ ਉਸ ਦੇ ਵਿੱਚ ਜਨਜਾਤੀ ਖੇਤਰਾਂ ਦੇ, ਜਿਸ ਦੇ ਵਿੱਚ 4 ਰਾਜ ਆਉਂਦੇ ਹਨ, ਅਸਾਮ, ਮੇਘਾਲਿਆ, ਤ੍ਰਿਪੁਰਾ ਤੇ ਮਿਜ਼ੋਰਮ, ਇਹਨਾਂ ਦੇ ਪ੍ਰਸ਼ਾਸਨ ਸੰਬੰਧੀ ਗੱਲ ਕੀਤੀ ਗਈ ਹੈ। ਇਹਨਾਂ 4 ਰਾਜਾਂ ਨੂੰ ਤੁਸੀਂ ਇਸ ਤਰ੍ਹਾਂ ਯਾਦ ਰੱਖ ਸਕਦੇ ਹੋ ਜੀ। ਇਹ ਹੈ ਅਸਾਮ, ਮੇਘਾਲਿਆ, ਤ੍ਰਿਪੁਰਾ ਤੇ ਮਿਜ਼ੋਰਮ। ਇਸ ਨੂੰ ਤੁਸੀਂ ਅੰਗਰੇਜ਼ੀ ਦੇ AMTM ਨਾਲ ਵੀ ਯਾਦ ਰੱਖ ਸਕਦੇ ਹੋ। A ਤੋਂ ਅਸਾਮ, M ਤੋਂ ਮੇਘਾਲਿਆ, T ਤੋਂ ਤ੍ਰਿਪੁਰਾ, M ਤੋਂ ਮਿਜ਼ੋਰਮ। ਮਣੀਪੁਰ ਇਸ ਵਿੱਚ ਸ਼ਾਮਲ ਨਹੀਂ ਹੈ, ਇਸ ਲਈ ਤੁਸੀਂ ਯਾਦ ਰੱਖਣਾ ਹੈ ਕਿ ਮਣੀਪੁਰ M ਤੋਂ ਮਣੀਪੁਰ ਨਹੀਂ ਹੈ, M ਤੋਂ ਮੇਘਾਲਿਆ ਅਤੇ ਮਿਜ਼ੋਰਮ ਹੈ। ਜੋ ਸਾਡੇ ਸੰਵਿਧਾਨ ਦੀ ਪੰਜਵੀਂ ਅਨੁਸੂਚੀ ਹੈ ਜੀ ਉਸ ਵਿੱਚ ਸਾਰੇ ਭਾਰਤ ਲਈ ਅਨੁਸੂਚਿਤ ਜਾਤੀ ਅਤੇ ਜਨਜਾਤੀਆਂ ਦੇ ਖੇਤਰਾਂ ਦੇ ਰਾਖਵੇਂਕਰਨ ਬਾਰੇ ਗੱਲ ਕੀਤੀ ਗਈ ਹੈ, ਜਦੋਂ ਕਿ ਜੋ ਭਾਰਤ ਦੇ ਸੰਵਿਧਾਨ ਦੀ ਛੇਵੀਂ ਅਨੁਸੂਚੀ ਹੈ ਉਸ ਵਿੱਚ ਜਨਜਾਤੀ ਖੇਤਰਾਂ ਦੇ ਸਿਰਫ 4 ਰਾਜਾਂ ਨੂੰ ਵਿਸ਼ੇਸ਼ ਰਾਖਵਾਂਕਰਨ ਦਿੱਤਾ ਗਿਆ ਹੈ। ਜੋ ਸਾਡੇ ਭਾਰਤ ਦੇ ਸੰਵਿਧਾਨ ਦੀ
7ਵੀਂ ਅਨੁਸੂਚੀ ਹੈ ਜੀ ਉਸ ਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਇਹ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ ਭਾਰਤ ਦੇ ਕੇਂਦਰ ਅਤੇ ਰਾਜਾਂ ਦੇ ਵਿਚਕਾਰ। ਇਸ ਲਈ ਤੁਸੀਂ 7ਵੀਂ ਤੋਂ ਯਾਦ ਰੱਖਣਾ ਹੈ ਸੂਚੀਆਂ, ਕਿਉਂਕਿ ਇਸ ਦੇ ਵਿੱਚ 3 ਸੂਚੀਆਂ ਹਨ ਜਿਨ੍ਹਾਂ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਇਹ 3 ਸੂਚੀਆਂ ਹਨ ਜੀ, ਸੰਘ ਸੂਚੀ, ਰਾਜ ਸੂਚੀ ਅਤੇ ਸਮਵਰਤੀ ਸੂਚੀ। ਜੋ ਸੰਘ ਸੂਚੀ ਹੈ ਇਸ ਤੇ ਸਿਰਫ ਸੈਂਟਰ ਸਰਕਾਰ ਕਾਨੂੰਨ ਬਣਾ ਸਕਦੀ ਹੈ। ਰਾਜ ਸੂਚੀ ਉੱਤੇ ਸਿਰਫ ਰਾਜ ਸਰਕਾਰ ਕਾਨੂੰਨ ਬਣਾ ਸਕਦੀ ਹੈ। ਜੋ ਸਮਵਰਤੀ ਸੂਚੀ ਹੈ ਇਸ ਦੇ ਉੱਪਰ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੋਵੇਂ ਕਾਨੂੰਨ ਬਣਾ ਸਕਦੀਆਂ ਹਨ, ਪਰੰਤੂ ਜੇਕਰ ਕਿਸੇ ਵਿਸ਼ੇ ਉੱਤੇ ਟਕਰਾਅ ਪੈਦਾ ਹੁੰਦਾ ਹੈ ਤਾਂ ਕੇਂਦਰ ਸਰਕਾਰ ਦੁਆਰਾ ਬਣਾਇਆ ਹੋਇਆ ਕਾਨੂੰਨ ਹੀ ਉਚਿਤ ਮੰਨਿਆ ਜਾਵੇਗਾ। ਪੇਪਰਾਂ ਵਿੱਚ ਕਈ ਵਾਰ ਸਵਾਲ ਪੁੱਛਿਆ ਜਾਂਦਾ ਹੈ ਜੀ ਕਿ ਸੰਘ ਸੂਚੀ ਵਿੱਚ ਮੂਲ ਰੂਪ ਵਿੱਚ ਕਿੰਨੇ ਵਿਸ਼ੇ ਸਨ ਅਤੇ ਅੱਜ ਦੇ ਟਾਈਮ ਕਿੰਨੇ ਵਿਸ਼ੇ ਹਨ। ਤੁਸੀਂ ਯਾਦ ਰੱਖਣਾ ਹੈ ਕਿ ਸੰਘ ਸੂਚੀ ਵਿੱਚ ਮੂਲ ਰੂਪ ਵਿੱਚ ਪਹਿਲਾਂ 97 ਵਿਸ਼ੇ ਸਨ, ਹੁਣ ਇਹਨਾਂ ਦੀ ਗਿਣਤੀ ਹੋ ਚੁੱਕੀ ਹੈ 100। ਰਾਜ ਸੂਚੀ ਵਿੱਚ ਮੂਲ ਰੂਪ ਵਿੱਚ ਸਨ 66 ਜੀ, ਹੁਣ ਇਹਨਾਂ ਦੀ ਗਿਣਤੀ ਘਟ ਕੇ ਰਹਿ ਚੁੱਕੀ ਹੈ 61। ਸਮਵਰਤੀ ਸੂਚੀ ਵਿੱਚ ਪਹਿਲਾਂ 47 ਵਿਸ਼ੇ ਸਨ, ਹੁਣ ਹੋ ਚੁੱਕੇ ਹਨ 52 ਵਿਸ਼ੇ। ਜੋ ਸਾਡੇ ਭਾਰਤ ਦੇ ਸੰਵਿਧਾਨ ਦੀ 8ਵੀਂ ਅਨੁਸੂਚੀ ਹੈ ਜੀ ਉਸ ਦੇ ਵਿੱਚ ਭਾਰਤ ਦੀਆਂ ਉਹਨਾਂ ਭਾਸ਼ਾਵਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਵੱਲੋਂ ਮਾਨਤਾ ਦਿੱਤੀ ਗਈ ਹੈ। ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਤਾਂ ਸ਼ੁਰੂ ਵਿੱਚ ਇਸ ਵਿੱਚ 14 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਸੀ। ਵਰਤਮਾਨ ਸਮੇਂ ਇਹਨਾਂ ਦੀ ਗਿਣਤੀ ਹੋ ਚੁੱਕੀ ਹੈ ਜੀ 22। ਪੇਪਰਾਂ ਵਿੱਚ 2 ਸਵਾਲ ਪੁੱਛੇ ਜਾਂਦੇ ਹਨ ਜੀ। ਪਹਿਲਾ ਸਵਾਲ ਇਹ ਪੁੱਛਿਆ ਜਾਂਦਾ ਹੈ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਮਿਲੀ ਹੋਈ ਹੈ, ਤਾਂ ਤੁਹਾਡਾ ਉੱਤਰ ਹੋਵੇਗਾ ਜੀ 22। ਦੂਸਰਾ ਸਵਾਲ ਪੁੱਛਿਆ ਜਾਂਦਾ ਹੈ ਜੋ ਭਾਰਤ ਦੇ ਸੰਵਿਧਾਨ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ ਉਹ ਕਿਹੜੀ ਅਨੁਸੂਚੀ ਵਿੱਚ ਦਰਜ ਹੈ, ਤਾਂ ਸਹੀ ਉੱਤਰ ਹੋਵੇਗਾ ਜੀ 8ਵੀਂ ਅਨੁਸੂਚੀ ਵਿੱਚ। ਇੱਕ ਵਾਰ ਅਸੀਂ ਦੁਬਾਰਾ ਇਹਨਾਂ ਦੀ ਰਿਵੀਜ਼ਨ ਕਰ ਲੈਂਦੇ ਹਾਂ। ਜੋ ਭਾਰਤ ਦੇ ਸੰਵਿਧਾਨ ਦੀ 5ਵੀਂ ਅਨੁਸੂਚੀ ਹੈ ਇਸ ਵਿੱਚ ਸਾਰੇ ਭਾਰਤ ਲਈ ਅਨੁਸੂਚਿਤ ਜਾਤੀ ਅਤੇ ਜਨਜਾਤੀਆਂ ਦੇ ਖੇਤਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਜੋ 6ਵੀਂ ਸੰਵਿਧਾਨ ਦੀ ਅਨੁਸੂਚੀ ਹੈ ਇਸ ਦੇ ਵਿੱਚ ਜਨਜਾਤੀ ਖੇਤਰਾਂ ਦੇ ਸਿਰਫ 4 ਰਾਜ ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ ਸ਼ਾਮਲ ਹਨ। ਜੋ ਸਾਡੇ ਸੰਵਿਧਾਨ ਦੀ 7ਵੀਂ ਅਨੁਸੂਚੀ ਹੈ ਜੀ ਇਸ ਦੇ ਵਿੱਚ ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ 3 ਸੂਚੀਆਂ ਵਿੱਚ ਕੀਤੀ ਗਈ ਹੈ। ਜੋ ਸਾਡੇ ਸੰਵਿਧਾਨ ਦੀ 8ਵੀਂ ਅਨੁਸੂਚੀ ਹੈ ਜੀ ਉਸ ਦੇ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ। ਹੁਣ ਤੱਕ ਅਸੀਂ 8 ਅਨੁਸੂਚੀਆਂ ਬਾਰੇ ਜਾਣ ਚੁੱਕੇ ਹਾਂ ਜੋ ਭਾਰਤ ਦੇ ਸੰਵਿਧਾਨ ਵਿੱਚ ਮੂਲ ਰੂਪ ਵਿੱਚ ਸ਼ਾਮਲ ਸਨ। ਆਓ ਹੁਣ ਅਸੀਂ ਜਾਣਦੇ ਹਾਂ ਅਗਲੀਆਂ ਅਨੁਸੂਚੀਆਂ ਬਾਰੇ ਜੀ ਜੋ ਭਾਰਤ ਦੇ ਸੰਵਿਧਾਨ ਵਿੱਚ ਬਾਅਦ ਵਿੱਚ ਸੰਵਿਧਾਨ ਵਿੱਚ ਸੋਧ ਕਰਕੇ ਸ਼ਾਮਲ ਕੀਤੀਆਂ ਗਈਆਂ ਸਨ। ਸਭ ਤੋਂ ਪਹਿਲਾਂ ਭਾਰਤ ਦੇ ਸੰਵਿਧਾਨ ਵਿੱਚ 9ਵੀਂ ਅਨੁਸੂਚੀ ਦਰਜ ਕੀਤੀ ਗਈ ਸੀ ਜੀ। ਸਾਡੇ ਸੰਵਿਧਾਨ ਵਿੱਚ ਪਹਿਲੀ ਸੋਧ ਕਰਕੇ 1951 ਵਿੱਚ 9ਵੀਂ ਅਨੁਸੂਚੀ ਨੂੰ ਸ਼ਾਮਲ ਕੀਤਾ ਗਿਆ ਸੀ। ਜਦੋਂ ਸਾਡਾ ਭਾਰਤ ਆਜ਼ਾਦ ਹੋਇਆ ਸੀ ਤਾਂ ਉਸ ਸਮੇਂ ਸਾਡੇ ਭਾਰਤ ਵਿੱਚ ਭੂਮੀ ਸੁਧਾਰ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਉਸ ਸਮੇਂ ਸਾਡੇ ਭਾਰਤ ਵਿੱਚ ਜ਼ਮੀਂਦਾਰ ਪ੍ਰਥਾ ਚੱਲ ਰਹੀ ਸੀ, ਇਸ ਕਰਕੇ ਜ਼ਮੀਂਦਾਰ ਪ੍ਰਥਾ ਨੂੰ ਖਤਮ ਕਰਨ ਦੀ ਲੋੜ ਸੀ ਅਤੇ ਸਰਕਾਰ ਨੂੰ ਆਪਣੇ ਨਵੇਂ ਪ੍ਰੋਜੈਕਟ ਲਾਉਣ ਲਈ ਭੂਮੀ ਪ੍ਰਾਪਤ ਕਰਨ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਸਨ। ਜੋ ਸਾਡੇ ਭਾਰਤ ਦੇ ਸੰਵਿਧਾਨ ਦੀ 9ਵੀਂ ਅਨੁਸੂਚੀ ਹੈ ਜੀ ਉਸ ਦੇ ਵਿੱਚ ਸੰਸਦ ਅਤੇ ਰਾਜ ਵਿਧਾਨ ਮੰਡਲ ਦੁਆਰਾ ਜੋ ਕਾਨੂੰਨ ਬਣਾਏ ਜਾਂਦੇ ਹਨ ਉਹਨਾਂ ਨੂੰ ਵਿਸ਼ੇਸ਼ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਭਾਰਤੀ ਸੰਸਦ ਨੇ ਕਾਨੂੰਨ ਪਾਸ ਕੀਤਾ ਸੀ ਜੀ ਕਿ ਜੋ ਵੀ ਵਿਸ਼ੇ 9ਵੀਂ ਅਨੁਸੂਚੀ ਵਿੱਚ ਦਰਜ ਹੋਣਗੇ ਉਹਨਾਂ ਵਿਸ਼ਿਆਂ ਦੇ ਵਿਰੁੱਧ ਕੋਈ ਵੀ ਵਿਅਕਤੀ ਕੋਰਟ ਵਿੱਚ ਨਹੀਂ ਜਾ ਸਕਦਾ ਹੈ। ਪਹਿਲਾਂ ਇਸ ਦੇ ਵਿੱਚ ਵਿਸ਼ੇ ਘੱਟ ਸਨ ਜੀ, ਵਰਤਮਾਨ ਸਮੇਂ ਇਸ ਦੇ ਵਿੱਚ ਟੋਟਲ 284 ਵਿਸ਼ੇ ਹੋ ਚੁੱਕੇ ਹਨ। ਸੁਪਰੀਮ ਕੋਰਟ ਨੇ ਜੀ ਬਾਅਦ ਵਿੱਚ ਇੱਕ ਜੱਜਮੈਂਟ ਦਿੱਤੀ ਕਿ ਸਰਕਾਰ ਆਪਣੇ ਲਾਲਚ ਲਈ ਇਹਨਾਂ ਵਿਸ਼ਿਆਂ ਦੀ ਗਿਣਤੀ ਵੱਧ ਕਰ ਰਹੀ ਹੈ ਕਿ ਜੇਕਰ ਕੋਈ ਵਿਸ਼ਾ ਭਾਰਤ ਦੇ ਸੰਵਿਧਾਨ ਦੀ ਮੂਲ ਭਾਵਨਾ ਜਾਂ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਵਿਰੁੱਧ ਕੋਰਟ ਵਿੱਚ ਜਾਇਆ ਜਾ ਸਕਦਾ ਹੈ। ਜੋ ਸਾਡੇ ਸੰਵਿਧਾਨ ਦੀ 10ਵੀਂ ਅਨੁਸੂਚੀ ਹੈ ਜੀ 1985 ਈਸਵੀ ਵਿੱਚ ਇਸ ਨੂੰ 52ਵੀਂ ਅਮੈਂਡਮੈਂਟ ਕਰਕੇ ਲਿਆਂਦਾ ਗਿਆ, ਕਿਉਂਕਿ 1985 ਵਿੱਚ ਬਹੁਤ ਸਾਰੇ ਦਲ ਹੋਂਦ ਵਿੱਚ ਆ ਚੁੱਕੇ ਸਨ ਅਤੇ ਛੋਟੇ-ਛੋਟੇ ਦਲ ਜਿੱਤ ਕੇ ਜਦੋਂ ਚੋਣਾਂ ਜਿੱਤ ਲੈਂਦੇ ਸਨ ਤਾਂ ਆਪਣਾ ਦਲ ਬਦਲ ਕੇ ਦੂਸਰੀ ਪਾਰਟੀ ਵਿੱਚ ਚਲੇ ਜਾਂਦੇ ਸਨ। ਇਸ ਕਰਕੇ ਦਲ ਬਦਲੀ ਵਿਰੋਧੀ ਕਾਨੂੰਨ ਲਿਆਂਦਾ ਗਿਆ। ਜੇਕਰ ਕੋਈ ਉਮੀਦਵਾਰ ਜਿੱਤਣ ਤੋਂ ਬਾਅਦ ਆਪਣੀ ਪਾਰਟੀ ਛੱਡ ਕੇ ਦੂਸਰੇ ਦਲ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ। ਵਰਤਮਾਨ ਸਮੇਂ ਵੀ ਇਹ ਪ੍ਰੋਵੀਜ਼ਨ ਹੈ ਜੀ, ਜੇਕਰ ਕਿਸੇ ਪਾਰਟੀ ਦਾ ਕੋਈ ਉਮੀਦਵਾਰ ਕੋਈ ਐਮਐਲਏ ਜਾਂ ਐਮਪੀ ਆਪਣਾ ਦਲ ਛੱਡ ਕੇ ਦੂਸਰੀ ਪਾਰਟੀ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪੈਂਦਾ ਹੈ। ਜੋ 11ਵੀਂ ਅਤੇ 12ਵੀਂ ਅਨੁਸੂਚੀ ਹੈ ਜੀ ਪੇਪਰਾਂ ਵਿੱਚ ਇਹਨਾਂ ਵਿੱਚੋਂ ਬਹੁਤ ਜ਼ਿਆਦਾ ਸਵਾਲ ਪੁੱਛੇ ਜਾਂਦੇ ਹਨ। ਸਿੱਧੇ ਰੂਪ ਵਿੱਚ ਇਹੀ ਸਵਾਲ ਪੁੱਛ ਲਿਆ ਜਾਂਦਾ ਹੈ ਕਿ 11ਵੀਂ ਅਨੁਸੂਚੀ ਕਿਹਦੇ ਨਾਲ ਸੰਬੰਧਿਤ ਹੈ ਜਾਂ 12ਵੀਂ ਅਨੁਸੂਚੀ ਕਾਹਦੇ ਨਾਲ ਸੰਬੰਧਿਤ ਹੈ ਅਤੇ ਇਹ ਕਿਹੜੀ ਸੋਧ ਰਾਹੀਂ ਭਾਰਤ ਦੇ ਸੰਵਿਧਾਨ ਵਿੱਚ ਸ਼ਾਮਲ ਕੀਤੀ ਗਈ ਸੀ। ਜੋ 11ਵੀਂ ਅਨੁਸੂਚੀ ਹੈ ਜੀ ਇਹ ਸੰਬੰਧਿਤ ਹੈ ਪੰਚਾਇਤੀ ਰਾਜ ਵਿਵਸਥਾ ਨਾਲ। ਇਹ ਸਾਡੇ ਸੰਵਿਧਾਨ ਵਿੱਚ 73ਵੀਂ ਸੋਧ ਕਰਕੇ 1992-93 ਵਿੱਚ ਲਿਆਂਦੀ ਗਈ ਸੀ। 1992-93 ਇਸ ਕਰਕੇ ਲਿਖਿਆ ਹੈ ਜੋ 73ਵੀਂ ਸੋਧ ਸੀ ਇਹ 1992 ਵਿੱਚ ਪੇਸ਼ ਕੀਤੀ ਗਈ ਸੀ ਜੀ ਅਤੇ 1993 ਵਿੱਚ ਲਾਗੂ ਕੀਤੀ ਗਈ ਸੀ। ਇਸ ਲਈ ਕੁਐਸਚਨ ਪੇਪਰਾਂ ਵਿੱਚ ਕਈ ਵਾਰ 1992 ਲਿਖਿਆ ਹੁੰਦਾ ਹੈ, ਕਈ ਵਾਰ 1993। ਇਸ ਲਈ ਤੁਸੀਂ ਦੋਨਾਂ ਸਾਲਾਂ ਨੂੰ ਯਾਦ ਕਰ ਲੈਣਾ ਹੈ। ਸਾਡੇ ਸੰਵਿਧਾਨ ਵਿੱਚ 73ਵੀਂ ਸੋਧ ਕਰਕੇ ਪੰਚਾਇਤੀ ਰਾਜ ਵਿਵਸਥਾ ਸ਼ੁਰੂ ਕੀਤੀ ਗਈ ਸੀ
ਅਤੇ ਪੰਚਾਇਤਾਂ ਨੂੰ 29 ਕੰਮ ਦਿੱਤੇ ਗਏ ਹਨ ਕਿ ਉਹ ਆਪਣੇ ਪੱਧਰ ਤੇ ਇਹ ਕੰਮ ਕਰ ਸਕਦੇ ਹਨ, ਜਿਵੇਂ ਪਿੰਡਾਂ ਦੀਆਂ ਗਲੀਆਂ ਨਾਲੀਆਂ ਸੜਕਾਂ ਬਣਾਉਣੀਆਂ, ਛੱਪੜਾਂ ਦੀ ਸਫਾਈ ਕਰਨੀ ਅਤੇ ਪਿੰਡ ਦੇ ਪ੍ਰਬੰਧ ਨੂੰ ਦੇਖਣਾ। ਇਸ ਸੰਵਿਧਾਨ ਦੀ 12ਵੀਂ ਸੂਚੀ ਹੈ ਜੀ, ਇਹ ਸੰਬੰਧਿਤ ਹੈ ਨਗਰਪਾਲਿਕਾ ਨਾਲ। ਜੋ 11ਵੀਂ ਸੂਚੀ ਸੀ ਇਹ ਪਿੰਡ ਵਿੱਚ ਪੰਚਾਇਤਾਂ ਨਾਲ, ਇਹ ਸ਼ਹਿਰਾਂ ਵਿੱਚ ਨਗਰਪਾਲਿਕਾ ਨਾਲ। ਇਹ ਸਾਡੇ ਸੰਵਿਧਾਨ ਵਿੱਚ 74ਵੀਂ ਸੋਧ ਕਰਕੇ ਜੀ 1992-93 ਵਿੱਚ ਸ਼ਾਮਲ ਕੀਤੀ ਗਈ ਸੀ ਅਤੇ ਸ਼ਹਿਰਾਂ ਵਿੱਚ ਨਗਰਪਾਲਿਕਾ ਨੂੰ 18 ਕਾਰਜ ਦਿੱਤੇ ਗਏ ਹਨ ਕਿ ਉਹ ਸ਼ਹਿਰ ਪੱਧਰ ਤੇ ਇਹ ਕੰਮ ਕਰ ਸਕਦੀ ਹੈ। ਆਓ ਜੀ ਹੁਣ ਅਸੀਂ ਦੁਬਾਰਾ ਦੇਖ ਲੈਂਦੇ ਹਾਂ ਕਿ 9ਵੀਂ ਸੂਚੀ ਵਿੱਚ ਸੰਸਦ ਜਾਂ ਵਿਧਾਨ ਸਭਾ ਦੁਆਰਾ ਬਣਾਏ ਗਏ ਕਾਨੂੰਨਾਂ ਨੂੰ ਵਿਸ਼ੇਸ਼ ਰਾਖਵਾਂਕਰਨ ਦਿੱਤਾ ਗਿਆ ਸੀ ਕਿ ਇਹਨਾਂ ਕਾਨੂੰਨਾਂ ਦੇ ਵਿਰੁੱਧ ਕੋਰਟ ਵਿੱਚ ਨਹੀਂ ਜਾਇਆ ਜਾ ਸਕਦਾ। ਇਸ ਦੇ ਵਿੱਚ ਹੁਣ 284 ਵਿਸ਼ੇ ਸ਼ਾਮਲ ਹੋ ਚੁੱਕੇ ਹਨ, ਪਰੰਤੂ ਵਰਤਮਾਨ ਸਮੇਂ ਇਹਨਾਂ ਵਿਸ਼ਿਆਂ ਦੇ ਵਿਰੁੱਧ ਵੀ ਕੋਰਟ ਵਿੱਚ ਜਾਇਆ ਜਾ ਸਕਦਾ ਹੈ। 10ਵੀਂ ਅਨੁਸੂਚੀ ਵਿੱਚ ਦਲ ਬਦਲੀ ਵਿਰੋਧੀ ਕਾਨੂੰਨ ਲਿਆਂਦਾ ਗਿਆ ਸੀ ਕਿ ਕਿਸੇ ਵੀ ਰਾਜਨੀਤਿਕ ਦਲ ਦਾ ਕੋਈ ਵੀ ਉਮੀਦਵਾਰ ਆਪਣਾ ਦਲ ਨਹੀਂ ਬਦਲ ਸਕਦਾ। ਜੇਕਰ ਦਲ ਬਦਲਦਾ ਹੈ ਤਾਂ ਉਸ ਨੂੰ ਆਪਣੇ ਅਹੁਦੇ ਤੋਂ ਵੀ ਅਸਤੀਫਾ ਦੇਣਾ ਪਵੇਗਾ। 11ਵੀਂ ਅਨੁਸੂਚੀ ਵਿੱਚ ਪੰਚਾਇਤੀ ਰਾਜ ਵਿਵਸਥਾ ਲਿਆਂਦੀ ਗਈ ਸੀ ਤੇ 12ਵੀਂ ਅਨੁਸੂਚੀ ਵਿੱਚ ਸ਼ਹਿਰਾਂ ਵਿੱਚ ਨਗਰਪਾਲਿਕਾ ਵਿਵਸਥਾ ਲਿਆਂਦੀ ਗਈ ਹੈ। ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹਨਾਂ 12 ਅਨੁਸੂਚੀਆਂ ਬਾਰੇ ਪੂਰੀ ਤਰ੍ਹਾਂ ਕਲੀਅਰ ਹੋ ਗਿਆ ਹੋਵੇਗਾ ਕਿ ਕਿਹੜੀ ਅਨੁਸੂਚੀ ਵਿੱਚ ਕੀ ਦਿੱਤਾ ਗਿਆ ਹੈ ਤੇ ਪੇਪਰਾਂ ਵਿੱਚ ਇਹਨਾਂ ਅਨੁਸੂਚੀਆਂ ਵਿੱਚੋਂ ਕਿਹੜੇ-ਕਿਹੜੇ ਸਵਾਲ ਪੁੱਛੇ ਜਾ ਸਕਦੇ ਹਨ। ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਜੀ ਤਾਂ ਵੀਡੀਓ ਨੂੰ ਲਾਈਕ ਕਰਕੇ ਇਸ ਨੂੰ ਆਪਣੇ ਦੋਸਤਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ, ਕਿਉਂਕਿ ਗਿਆਨ ਵੰਡਣ ਨਾਲ ਵਾਧਾ ਹੈ। ਜੇਕਰ ਤੁਸੀਂ ਇੰਸਟਾਗ੍ਰਾਮ ਤੇ ਗਰਚਾ IQ ਐਜੂਕੇਸ਼ਨ ਨੂੰ ਫੋਲੋ ਨਹੀਂ ਕੀਤਾ ਜੀ ਤਾਂ ਫੋਲੋ ਕਰ ਲਓ ਤੇ ਟੈਲੀਗ੍ਰਾਮ ਚੈਨਲ ਗਰਚਾ IQ ਨੂੰ ਜੁਆਇਨ ਕਰ ਲਓ, ਕਿਉਂਕਿ ਹਰੇਕ ਨਵੀਂ ਵੀਡੀਓ ਦੀ ਅਪਡੇਟ ਅਤੇ PDF ਤੁਸੀਂ ਇੱਥੋਂ ਫ੍ਰੀ ਵਿੱਚ ਡਾਊਨਲੋਡ ਕਰ ਸਕਦੇ ਹੋ। ਧੰਨਵਾਦ ਜੀ।